Hello friends and viewers, my name is Kirpit Kaur, your arts trainer. How are you doing? I think you're very fine and I'm also very good. In today's video, we are going to talk regarding the multiple choice questions that are given like this, ਜਿਹੜੇ ਕਿ ਰੀਡਿੰਗ ਸੈਕਸ਼ਨ ਦੇ ਵਿੱਚ ਹੁੰਦੇ ਆ, ਐਕੈਡੈਮਿਕ ਰੀਡਿੰਗ ਦੇ ਵਿੱਚ ਜਿਹੜੇ ਹੁੰਦੇ ਕੁਐਸਚਨਸ, ਉਹਨਾਂ ਬਾਰੇ ਆਪਾਂ ਗੱਲ ਕਰੂੰਗੇ ਕਿ ਇਹ ਕਿਵੇਂ ਦੇ ਹੁੰਦੇ ਆ ਤੇ ਕਿਵੇਂ ਕਿਵੇਂ ਆਪਾਂ ਇਹਨਾਂ ਨੂੰ ਆਨਸਰ ਕਰਨਾ ਹੁੰਦਾ। ਇਹ ਦੇਖੋ ਜਿਵੇਂ ਕਿ ਇਹਨਾਂ ਨੇ ਲਿਖਿਆ ਚੂਜ਼ ਦ ਕਰੈਕਟ ਲੈਟਰ A, B, C or D, ਰਾਈਟ ਦ ਕਰੈਕਟ ਲੈਟਰ ਇਨ ਬਾਕਸਿਸ 10 to 13 ਔਨ ਯੋਰ ਆਨਸਰ ਸ਼ੀਟ। ਜਿਹੜੇ ਮਲਟੀਪਲ ਚੋਇਸ ਕੁਐਸਚਨਸ ਹੁੰਦੇ ਆ ਇਹ ਵੀ ਸੀਕੁਐਂਸ ਟਾਈਪ ਕੁਐਸਚਨਸ ਦੇ ਵਿੱਚ ਆਉਂਦੇ ਆ, ਜਿਹੜੇ ਕਿ ਹਮੇਸ਼ਾ ਸੀਕੁਐਂਸ ਦੇ ਵਿੱਚ ਹੋਣਗੇ। ਕਦੇ ਵੀ ਜਿਹੜੇ ਇਵੇਂ ਦੇ ਕੁਐਸਚਨਸ ਆ ਕਦੇ ਵੀ ਉਲਟੇ ਪੁਲਟੇ ਨਹੀਂ ਆਉਂਦੇ, ਆਪਾਂ ਨੂੰ ਹਮੇਸ਼ਾ ਸੀਕੁਐਂਸ ਦੇ ਵਿੱਚ ਹੋਣਗੇ ਅਤੇ ਆਪਾਂ ਦੇਖਦੇ ਆਪਾਂ ਕਿਵੇਂ ਲੱਭਦੇ ਹੋਣ ਇਹਨਾਂ ਨੂੰ। ਅਤੇ ਮੈਂ ਕਿਹੜੀ ਟੈਕਨੀਕ ਫੋਲੋ ਕਰਦੀ ਹਾਂ ਤੁਸੀਂ ਵੀ ਉਹ ਫੋਲੋ ਕਰ ਸਕਦੇ ਆ। ਜਿਵੇਂ ਕਿ ਫਸਟ ਕੁਐਸਚਨ 10th ਨੰਬਰ ਕੁਐਸਚਨ ਆ, ਦ ਰਾਈਟਰ ਰੈਫਰਸ ਟੂ ਦ ਫਿਲਮ ਆਫ ਦ ਟ੍ਰੇਨ ਇਨ ਆਰਡਰ ਟੂ ਡੈਮੋਨਸਟ੍ਰੇਟ। ਰਾਈਟਰ ਨੇ ਫਿਲਮ ਦੀ ਟ੍ਰੇਨ ਵਾਲੀ ਫਿਲਮ ਨੂੰ ਰੈਫਰ ਕੀਤਾ ਆ, ਉਹਦਾ ਹਵਾਲਾ ਦਿੱਤਾ ਆ ਕੀ ਡੈਮੋਨਸਟ੍ਰੇਟ ਕਰਨ ਲਈ, ਕੀ ਦੱਸਣ ਦੇ ਲਈ। ਦ ਸਿੰਪਲੀਸਿਟੀ ਆਫ ਦ ਅਰਲੀ ਫਿਲਮਸ, ਵੀ ਉਹ ਕਿੰਨੀਆਂ ਸਟ੍ਰੇਟ ਫੋਰਵਰਡ ਹੁੰਦੀਆਂ ਸੀ, ਕਿੰਨੀਆਂ ਸਿੰਪਲ ਹੁੰਦੀਆਂ ਸੀਗੀਆਂ। ਦ ਇੰਪੈਕਟ ਆਫ ਅਰਲੀ ਫਿਲਮਸ, ਉਹਨਾਂ ਦਾ ਇੰਪੈਕਟ ਕੀ ਸੀ, ਇਫੈਕਟ ਕੀ ਸੀ, ਲੋਕਾਂ ਦੇ ਪ੍ਰਭਾਵ ਕਿਵੇਂ ਦਾ ਪਾਉਂਦੀਆਂ ਸੀ। ਜਾਂ ਹਾਊ ਸ਼ਾਰਟ ਅਰਲੀ ਫਿਲਮ ਵਰ, ਕਿੰਨੀਆਂ ਛੋਟੀਆਂ ਹੁੰਦੀਆਂ ਸੀ, ਮਤਲਬ ਕਿੰਨੀਆਂ ਜ਼ਿਆਦੀਆਂ ਛੋਟੀਆਂ ਹੁੰਦੀਆਂ ਸੀਗੀਆਂ ਇਹ ਫਿਲਮਸ। ਹਾਊ ਇਮੈਜੀਨੇਟਿਵ ਅਰਲੀ ਫਿਲਮਸ ਵਰ, ਅਤੇ ਕਿੰਨਾ ਕੁ ਇਮੈਜੀਨੇਸ਼ਨ ਹੁੰਦੀ ਸੀ, ਇਮੈਜੀਨੇਸ਼ਨ ਕਿੰਨੀ ਕੁ ਜੁੜੀ ਹੁੰਦੀ ਸੀ, ਵੀ ਉਹਨਾਂ ਦੇ ਵਿੱਚ ਆਪਾਂ ਨੂੰ ਕਿੰਨਾ ਕੁ ਜ਼ਿਆਦਾ ਇਮੈਜਿਨ ਕਰਨਾ ਪੈਂਦਾ ਸੀਗਾ, ਉਹਦੇ ਬਾਰੇ ਦੱਸਿਆ। ਹੁਣ ਆਪਾਂ ਪੜ੍ਹਦੇ ਹਾਂ ਪੈਸੇਜ ਦੇ ਵਿੱਚ ਕੀ ਕਹਿੰਦੇ ਆ। ਇਹ ਵਾਲੀ ਪੈਰਾਗ੍ਰਾਫ ਤੋਂ ਸਟਾਰਟ ਕੀਤਾ ਸੀ ਇਹਦਾ ਆਨਸਰ। One of the Lumiere's brother's earliest films was a 30-second piece which showed a section of a railway platform flooded with sunshine. अर्ली फिल्म सीगी ਜਿਹੜੀ ਕੀ ਆ ਲੂਮੀਨੀਅਰ ਬ੍ਰਦਰਸ ਦੀ, ਸਭ ਤੋਂ ਪਹਿਲੀ 30 ਸੈਕਿੰਡ ਦਾ ਪੀਸ ਸੀਗਾ, ਛੋਟੀ ਜਿਹੀ ਫਿਲਮ ਸੀ 30 ਸੈਕਿੰਡ ਦੀ। ਕੀ ਦੱਸਿਆ ਸੀਗਾ, ਰੇਲਵੇ ਪਲੇਟਫਾਰਮ ਦਿਖਾਇਆ ਸੀਗਾ ਜਿਹੜਾ ਕੀ ਆ ਸਨਸ਼ਾਈਨ ਦੇ ਨਾਲ ਫਲੱਡਡ ਸੀਗਾ। ਅ ਟ੍ਰੇਨ ਅਪੀਅਰਸ ਐਂਡ ਹੈਡਸ ਸਟ੍ਰੇਟ ਫॉर ਦ ਕੈਮਰਾ, ਟ੍ਰੇਨ ਆਉਂਦੀ ਆ ਅਤੇ ਆਪਣੇ ਕੈਮਰਾ ਦੇ ਵੱਲ ਨੂੰ ਅੱਗੇ ਵੱਧਦੀ ਆ। ਐਂਡ ਦੈਟ ਇਜ਼ ਆਲ ਵਟ ਦੈਟ ਹੈਪਨ, ਇਹੀ ਸੀਗਾ ਜਿਹੜਾ ਸਭ ਕੁਝ ਹੁੰਦਾ ਆ। Yet the Russian director Andrei Tarkovsky, one of the greatest of all film artists, ਠੀਕ ਹੈ, ਜਿਹੜਾ ਕੀ ਆ ਰਸ਼ੀਅਨ ਡਾਇਰੈਕਟਰ ਸੀਗਾ ਟਾਰਕੋਵਸਕੀ, ਸਭ ਤੋਂ ਵਧੀਆ ਫਿਲਮ ਆਰਟਿਸਟ ਸੀਗਾ, ਸਭ ਤੋਂ ਵਧੀਆ। ਡਿਸਕ੍ਰਾਈਬ ਦ ਫਿਲਮ ਐਜ਼ ਅ ਵਰਕ ਆਫ ਜੀਨੀਅਸ, ਉਹਨੇ ਕੀ ਦੱਸਿਆ ਸੀਗਾ ਵੀ ਜਿਹੜਾ ਇਹ ਕੰਮ ਆ ਇਹ ਕੋਈ ਬੰਦਾ ਜੀਨੀਅਸ ਹੀ ਕਰ ਸਕਦਾ। ਐਜ਼ ਦ ਟ੍ਰੇਨ ਅਪਰੋਚਡ ਰੋਡ ਟਾਰਕੋਵਸਕੀ ਨੇ ਕੀ ਕਿਹਾ, ਪੈਨਿਕ ਸਟਾਰਟਡ ਇਨ ਦ ਥੀਏਟਰ, ਸਭ ਲੋਕੀ ਕੀ ਇੱਧਰ ਉੱਧਰ ਭੱਜਣ ਲੱਗ ਗਏ। ਪੀਪਲ ਜੰਪਡ ਐਂਡ ਰੈਨ ਅਵੇ, ਲੋਕਾਂ ਨੇ ਭੱਜਣਾ ਸ਼ੁਰੂ ਕਰਤਾ ਅਤੇ ਇੱਕ ਦੂਜੇ ਨੂੰ ਬਾਹਰ ਭੱਜ ਗਏ। ਦੈਟ ਵਾਜ਼ ਦ ਮੂਮੈਂਟ ਵੈਨ ਸਿਨੇਮਾ ਵਾਜ਼ ਬੋਰਨ, ਇਹ ਉਦੋਂ ਟਾਈਮ ਸੀ ਜਦੋਂ ਸਿਨੇਮਾ ਬਣਿਆ ਸੀਗਾ। ਦ ਫਰਾਈਟਨਡ ਆਡੀਅੰਸ ਕੁਡ ਨਾਟ ਅਸੈਪਟ ਦੈਟ ਦੇ ਵਰ ਵਾਚਿੰਗ ਅ ਮੀਅਰ ਪਿਕਚਰ, ਉਹਨਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਉਹ ਸਿਰਫ ਇੱਕ ਪਿਕਚਰ ਹੀ ਦੇਖ ਰਹੇ ਸੀਗੇ। ਪਿਕਚਰਸ ਵਰ ਸਟਿਲ ਓਨਲੀ ਰਿਐਲਿਟੀ ਮੂਵਡ, ਦਿਸ ਮਸਟ ਦੇਅਰ ਫॉर ਬੀ ਰਿਐਲਿਟੀ, ਠੀਕ ਹੈ, ਪਿਕਚਰ ਕੀ ਸਟਿਲ ਸੀਗੀਆਂ ਅਤੇ ਰਿਐਲਿਟੀ ਕੀ ਮੂਵ ਕਰਦੀ ਹੈ, ਅਤੇ ਇਹ ਰਿਐਲਿਟੀ ਹੋਣੀ ਚਾਹੀਦੀ ਸੀ ਉਹਨਾਂ ਨੂੰ ਲੱਗਦਾ ਸੀਗਾ। ਇਨ ਦਿਸ ਕਨਫਿਊਜ਼ਨ ਦੇ ਫੀਅਰਡ ਦੈਟ ਅ ਰੀਅਲ ਟ੍ਰੇਨ ਵਾਜ਼ ਅਬਾਊਟ ਟੂ ਕਰਸ਼ ਦੈਮ, ਇਹਦੇ ਵਿੱਚ ਉਹਨਾਂ ਨੂੰ ਇਹ ਲੱਗਿਆ ਕਿ ਇੱਕ ਰੀਅਲ ਟ੍ਰੇਨ ਹੈ ਜਿਹੜੀ ਕਿ ਉਹਨਾਂ ਨੂੰ ਕਰਸ਼ ਕਰ ਦੂਗੀ, ਹੁਣੇ ਆਉਣ ਵਾਲੀ ਹੈ ਅਤੇ ਉਹਨਾਂ ਦੇ ਉੱਤੇ ਡਿੱਗ ਜੂਗੀ ਅਤੇ ਉਹਨਾਂ ਨੂੰ ਕਰਸ਼ ਕਰਨ ਵਾਲੀ ਹੈ। ਇਹਦੇ ਵਿੱਚ ਇਹਨਾਂ ਨੇ ਕੀ ਕਿਹਾ ਸੀਗਾ ਵੀ ਸਿੰਪਲੀਸਿਟੀ ਦਿਖਾਈ ਸੀਗੀ, ਸਿੰਪਲੀਸਿਟੀ ਦੀ ਕੋਈ ਗੱਲ ਨਹੀਂ ਕੀਤੀ। ਇੰਪੈਕਟ ਆਫ ਅਰਲੀ ਫਿਲਮ, ਇੰਪੈਕਟ ਦੀ ਗੱਲ ਕੀਤੀ ਹੈ ਨਾ, ਵੀ ਲੋਕੀ ਕੀ ਆ, ਲੋਕਾਂ ਨੂੰ ਇੰਨਾ ਡਰ ਪੈਦਾ ਹੋ ਗਿਆ ਸੀ ਕਿ ਉਹਨਾਂ ਨੇ ਕਿ ਭੱਜਣਾ ਸਟਾਰਟ ਕਰ ਦਿੱਤਾ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਟ੍ਰੇਨ ਉਹਨਾਂ ਦੇ ਉੱਤੇ ਆ ਜੂਗੀ। ਹਾਊ ਸ਼ਾਰਟ ਅਰਲੀ ਫਿਲਮਸ ਵਰ, ਕਿੰਨੀਆਂ ਕੁ ਸ਼ਾਰਟ ਹੁੰਦੀਆਂ ਸੀ, ਇਹਦੇ ਬਾਰੇ ਕੋਈ ਗੱਲ ਨਹੀਂ ਕੀਤੀ। ਹਾਊ ਇਮੈਜੀਨੇਟਿਵ ਅਰਲੀ ਫਿਲਮਸ ਵਰ, ਇਹਦੇ ਬਾਰੇ ਕੋਈ ਗੱਲ ਨਹੀਂ ਕੀਤੀ। ਸ਼ਾਰਟ ਦੀ ਗੱਲ ਕੀਤੀ ਸੀ ਬਟ ਉਹਨਾਂ ਨੇ ਕਿਹਾ ਸੀ ਵੀ 30 ਸੈਕਿੰਡਸ ਦੀ ਇੱਕ ਪਿਕਚਰ ਬਣਾਈ ਸੀਗੀ ਜਸਟ। ਸ਼ਾਰਟ ਅਰਲੀ ਫਿਲਮਸ ਵਰ, ਉਹਦੇ ਬਾਰੇ ਕੋਈ ਗੱਲ ਨਹੀਂ ਕੀਤੀ, ਅਤੇ ਇਹਦਾ ਆਨਸਰ ਹੈਗਾ ਬੀ। ਫਿਰ ਅਗਲਾ ਕੁਐਸਚਨ, in Tarkovsky's opinion the attraction of the cinema is that it, ਟਾਰਕੋਵਸਕੀ ਦੀ ਓਪੀਨੀਅਨ ਦੇ ਵਿੱਚ ਕੀ ਆ, ਅਟਰੈਕਸ਼ਨ ਕੀ ਆ ਸਿਨੇਮਾ ਦੀ। ਏਮਸ ਟੂ ਇੰਪ੍ਰੈਸ ਇਟਸ ਆਡੀਅੰਸ, ਵੀ ਉਹ ਕੀ ਆ, ਉਹਦਾ ਏਮ ਹੋਣਾ ਚਾਹੀਦਾ ਆ, ਉਹਨਾਂ ਦਾ ਇੱਕ ਨਿਸ਼ਚਾ ਹੋਣਾ ਚਾਹੀਦਾ ਕਿ ਆਪਣੀ ਆਡੀਅੰਸ ਨੂੰ ਇੰਪ੍ਰੈਸ ਕਰ ਸਕਣ। ਟੈਲ ਸਟੋਰੀਜ਼ ਬੈਟਰ ਦੈਨ ਬੁੱਕਸ, ਜਾਂ ਫਿਰ ਸਟੋਰੀਜ਼ ਦੱਸਣ ਬੁੱਕਸ ਤੋਂ ਵਧੀਆ। ਇਲਸਟ੍ਰੇਟ ਦ ਪੈਸਿੰਗ ਆਫ ਟਾਈਮ,
टाइम नू पास करना मतलब टाइम जो चलता है उन्होंने दसन, या डिस्क्राइब्स फैमिलीयर इवेंट्स, या फिर फैमिलीयर इवेंट जिन्होंने बारे आपको पता उन्होंने बारे दसन। हुण आपां पढ़ते हैं इधर की कहते हैं। अगले पैराग्राफ के गल की सीगी इत्थों, फिल्म हैज़ नैवर लॉस्ट इट्स यूनीक पावर टू एम्ब्रेस इट्स ऑडियंस एंड ट्रांसपोर्ट दैम टू अ डिफरेंट वर्ड। ठीक है, फिल्म ने कदे भी अपनी यूनीक पावर की लोगों को खुश करना तो ऑडियंस नू ते उन्होंने किसी होर नवे वर्ड दे विच लैके जाना, ये कदे नहीं छड्डी। फॉर तारकोवस्की दे लई की सी, द की टू दैट मैजिक वॉज द वे इन विच सिनेमा क्रिएटेड अ डायनामिक इमेज ऑफ द रियल फ्लो ऑफ इवेंट। टारकोवस्की दे लई सब तो मेन पॉइंट की सीगा भी सिनेमा ने किवें एक इमेज बना ली है, एक डायनामिक इमेज बना ली है जिहड़ी कि रियल फ्लो ऑफ इवेंट नूं दिखाउंदी पई। रियल फ्लो तो आपां नूं टाइम ही दसदा पिया ना, फ्लो तो टाइम ही हुंदा है, फ्लो ऑफ इवेंट्स। आ स्टिल पिक्चर कुड नॉट इंप्ली द एग्जिस्टेंस ऑफ टाइम। कोई जिहड़ी इदां दी पिक्चर है जिहड़ी कल्ली रहिंदी है वो की कदे भी टाइम नहीं दस सकदी। वाइल टाइम इन अ नॉवल पासड एट द विम ऑफ द रीडर। ठीक है, नॉवल दे विच की है जो अख झपकदा उदों ही टाइम पास हो जाता, बट इन सिनेमा द रियल ऑब्जैक्टिव फ्लो ऑफ टाइम वॉज कैप्चर्ड। पर सिनेमा दे विच की सीगा जिहड़ा फ्लो ऑफ टाइम सी वो कैप्चर किया गया सी। हुण उन्होंने टाइम की गल की भी टाइम किवें निकलदा उहदे बारे गल की गई सी, तो यही उन्होंने क्या इलस्ट्रेट्स द पैसिंग ऑफ टाइम। दूजी तो कोई गल ही नहीं की उन्होंने। फिर वैन सिनेमा फस्ट बिगेन पीपल थॉट दैट, जो सिनेमा पहला आया सीगा लोगों ने की सोचा, इट वुड ऑलवेज टैल स्टोरीज, मैं हमेशा स्टोरी सुनाऊगा ही सुनाऊगा। इट शुड बी यूजड इन फेयर ग्राउंड्स, मतलब जिथे सही है उत्थे ही यूज़ करना चाहिए, होर जगह यूज़ ही नहीं करना चाहिए इनू। इट्स ऑडियंस वर अनएप्रीशिएटिव। ठीक है, ऑडियंस इनू एप्रीशिएट ही नहीं करती सी, ऑडियंस इनू चंगा ही नहीं समझती सी। इट्स फ्यूचर वॉज अनसर्टेन, तो जिहड़ा फ्यूचर सीगा वो धुंधला सी, लोगों को पता ही नहीं सी भी ये रहूगा कि नहीं रहूगा। ये आपां नूं कीती सी अगले पेज ते गल कीती सी ये वाले आंसर दी। एच पैराग्राफ तो, सिनेमा हैज़ ऑल्सो गिवन अ न्यू लीज ऑफ लाइफ टू द आइडिया ऑफ द स्टोरी। ठीक है, वो की कहते हैं सिनेमा ने हमेशा की नवी लाइफ दी है स्टोरी के आइडिया नूं। वैन द लुमीनियर ब्रदर्स एंड अदर पायोनीयर्स बिगेन शोइंग ऑफ दिस न्यू इन्वेंशन, जो लुमीनियर ब्रदर्स ने तो होर लोग ने जोड़े सीगे उन्होंने ये नवी इन्वेंशन नवी तकनीक नूं शो करना स्टार्ट किया। इट वॉज बाय नो मीनस ऑबवियस हाउ इट वुड बी यूज्ड, किसी को यह पता ही नहीं सी भी किवें यूज़ की जा सकती है। ऑल दैट मैटर्ड एट फस्ट वॉज द वंडर ऑफ मूवमेंट। लोकी की है मतलब जिहड़ी की चीज़ की मैटर करती पई सी भी कितनी वंडरफुल हुंदी है मूवमेंट। ठीक है, लोकी की हैरान सीगे भी किवें मूवमेंट होई जाती है। इंडीड सम सैट दैट वंस दिस नोवैलिटी हैड वॉर्न ऑफ, कईयां ने यह भी कहा सीगा भी जो ये नोवैलिटी मतलब नवापन, वॉर्न ऑफ मतलब कि ये खराब हो जूगी जो ये थोड़ा कपड़े जिवें वॉर्न ऑफ हो जाते हैं, जिवें कि फट जूगी या फिर धुंधली हो जूगी थोड़ी जी। सिनेमा वुड फेड अवे, तो सिनेमा की है फेड अवे हो जाएगा, मतलब सिनेमा भी एक धुंधली चीज़ हो जूगी। इट वॉज नो मोर दैन अ पासिंग गिमिक आ फेयर ग्राउंड अट्रैक्शन। ठीक है, ये एक की सीगी पासिंग गिमिक सीगी ते कोई फेयर ग्राउंड अट्रैक्शन सीगी। ठीक है, एक फेयर ग्राउंड अट्रैक्शन ही सीगी जिहड़ी चाहिदी सीगी, बाकी होर कुछ भी नहीं सीगा। इट वुड ऑलवेज टैल स्टोरीज, ये बारे कोई गल नहीं की उन्होंने। इट शुड बी यूजड इन फेयर ग्राउंड्स, तो वो कहते भी फेयर ग्राउंड के ही यूज़ किया जाता सीगा। इट्स ऑडियंस वर अनएप्रीशिएटिव, नहीं ऑडियंस तो बहुत ज़्यादा खुश सी, वंडर सीगी। इट्स फ्यूचर वॉज अनसर्टेन, तो वही उन्होंने कहा सीगा भी जो तक नोवैलिटी रहिंदी आ उदों तक ये सही रहूगा, जो तक नोवैलिटी खत्म हो जाती है तो सिनेमा की है फेड अवे हो जाएगा, मतलब जिमें अपने को कोई चीज़ फेड अवे हो जाती है, रंग धुंधला पै जाऊगा तो वो लोग उन्होंने नहीं यूज़ करेंगे। इट्स फ्यूचर वॉज अनसर्टेन। वट इज़ द बेस्ट टाइटल फॉर दिस पैसेज, टाइटल की है पैसेज का, ये लिए आपको सारा कुछ पढ़ना पैना है। तो आप आइडिया लेने हुण की कहते हैं, द राइज ऑफ द सिनेमा स्टार द राइज मतलब सिनेमा स्टार किवें होई सी उहदे बारे। सिनेमा एंड नॉवल्स कंपेयर्ड, ठीक है, कंपैरिजन ऑफ सिनेमा एंड नॉवल की गल की, द डोमीनेशन ऑफ हॉलीवुड की डोमीनेशन गल की, जां पावर ऑफ बिग स्क्रीन की पावर की सी।
ये अपन ने एच पैराग्राफ पढ़ लिया, हम आप आई पढ़ते हैं। सिनेमा माइट फॉर एग्जाम्पल हैव बिकम प्राइमरीली अ डॉक्यूमेंट्री फॉर्म और इट माइट हैव डिवेल्प्ड लाइक टेलीविजन और अ strong noisy transfer of music information and narrative, but what would happen was that it became overwhelmingly a medium for telling stories. Originally these were conceived as short stories. Early production doubted the ability of audience to concentrate for more than the length of a reel. Then in 1912 an Italian 2-hour film was hugely successful and Hollywood settled upon the novel length narrative that remains the dominant cinematic convention of today. ਇਹਦੇ ਵਿੱਚ ਉਹਨਾਂ ਨੇ ਕੀ ਕਿਹਾ ਵੀ ਉਹਨਾਂ ਨੂੰ ਪਹਿਲਾਂ ਕੀ ਲੱਗਦਾ ਸੀ ਵੀ ਲੋਕਾਂ ਨੂੰ ਵੀ ਇੱਕ ਰੀਲ ਨੂੰ ਹੀ ਦੇਖਣਗੇ, ਲੋਕੀ ਇੱਕ ਰੀਲ ਤੋਂ ਜ਼ਿਆਦਾ ਨਹੀਂ ਦੇਖਣਗੇ। ਫਿਰ 2 ਘੰਟਿਆਂ ਦੀ ਫਿਲਮ ਬਣੀ ਅਤੇ ਉਹ ਬਹੁਤ ਜ਼ਿਆਦਾ ਸਕਸੈਸਫੁਲ ਹੋਈ ਅਤੇ ਹੁਣ ਉਸ ਤੋਂ ਬਾਅਦ ਕੀ ਇਹਨਾਂ ਨੇ ਡੋਮੀਨੈਂਟ ਹੋ ਗਈ ਸੀਗੀ, 2 ਘੰਟਿਆਂ ਦੀ ਫਿਲਮ ਹੀ ਬਣਨੀ। ਐਂਡ ਇਟ ਹੈਜ਼ ਆਲ ਹੈਪਨਡ ਸੋ ਕੁਇਕਲੀ, ਉਹ ਬਹੁਤ ਜਲਦੀ ਜਲਦੀ ਹੋ ਗਿਆ, ਆਲਮੋਸਟ ਅਨਬਿਲੀਵੇਬਲੀ। ਇਟ ਇਜ਼ ਅ mere 100 years since that train arrived and the audience screamed and fled। ਜਦੋਂ ਟ੍ਰੇਨ ਆਈ ਸੀਗੀ ਅਤੇ ਆਡੀਅנס ਨੂੰ ਬਹੁਤ ਜ਼ਿਆਦਾ ਸਕਰੀਮਡ ਮਤਲਬ ਕੀ ਆ, ਚਿੰਤਾ ਦੇ ਵਿੱਚ ਆ ਗਏ ਸੀ ਲੋਕੀ, ਕੀ ਘਬਰਾ ਗਏ ਸੀ ਅਤੇ ਫਲੈਡ ਮਤਲਬ ਬਾਹਰ ਨਿਕਲ ਗਏ ਸੀ। ਕਨਵਿੰਸਡ ਬਾਏ ਦ ਡੇਂਜਰਸ ਰਿਐਲਿਟੀ ਆਫ ਦ ਵਟ ਦੇ ਸੌ ਐਂਡ ਪਰਹੈਪਸ ਸਡਨਲੀ ਅਵੇਅਰ ਦੈਟ ਵਰਡ ਕੁਡ ਨੈਵਰ ਬੀ ਦ ਸੇਮ ਅਗੇਨ। ਉਹਨਾਂ ਨੂੰ ਇਹ ਪਤਾ ਲੱਗ ਗਿਆ ਸੀ ਵੀ ਵਰਡ ਕਦੇ ਵੀ ਇੱਦਾਂ ਦਾ ਨਹੀਂ ਹੋਊਗਾ। ਦੈਟ ਮੇ ਬੀ ਇਟ ਕੁਡ ਬੀ ਬੈਟਰ, ਬਰਾਈਟਰ, ਮੋਰ ਅਸਟਰੋਨਿਸ਼ਿੰਗ, ਮੋਰ ਰੀਅਲ ਦੈਨ ਰਿਐਲਿਟੀ। ਠੀਕ ਹੈ, ਇਹ ਬਹੁਤ ਵਧੀਆ ਹੋਊਗਾ, ਅਸਟਰੋਨਿਸ਼ਿੰਗ ਹੋਊਗਾ, ਰਿਐਲਿਟੀ ਤੋਂ ਵੀ ਵਧੀਆ ਹੋਊਗਾ। ਅਤੇ ਸਟਾਰਸ ਦੀ ਗੱਲ ਸਿਰਫ ਇਸ ਪੈਰਾਗ੍ਰਾਫ ਦੇ ਵਿੱਚ ਕੀਤੀ ਸੀ ਵੀ ਸਟਾਰਸ ਕਿਵੇਂ ਦੇ ਹੁੰਦੇ ਆ, ਸਟਾਰਸ ਕਿਵੇਂ ਦੇ ਨਹੀਂ ਹੁੰਦੇ। ਅਤੇ ਬਾਕੀ ਜਿਹੜੀ ਗੱਲ ਸੀਗੀ ਅਤੇ ਜਿਹੜੀ ਸੀਗੀ ਡੋਮੀਨੈਂਸ ਦੀ ਗੱਲ ਸੀ ਉਹ ਇਹਦੇ ਵਿੱਚ ਕੀਤੀ ਸੀਗੀ। ਇਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ 20th ਸੈਂਚੁਰੀ ਦੀਆਂ ਫਿਲਮਸ ਕਿਵੇਂ ਦੀਆਂ ਹੁੰਦੀਆਂ ਸੀ, ਕਲਾਸੀਕਲ ਮਿਊਜ਼ਿਕ ਵਗੈਰਾ, ਇਨਸਾਈਕਲੋਪੀਡੀਆ ਵਗੈਰਾ ਦੀ ਗੱਲ ਕੀਤੀ ਸੀ ਇਹਦੇ ਵਿੱਚ। ਇਹਦੇ ਵਿੱਚ ਉਹਨਾਂ ਨੇ ਸਿਨੇਮੈਟੋਗ੍ਰਾਫ ਦੀ ਗੱਲ ਕੀਤੀ ਸੀ ਵੀ ਕਦੋਂ ਬਣਿਆ ਸੀਗਾ, ਅਤੇ ਇਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਮੂਵਿੰਗ ਇਮੇਜਿਸ ਨੂੰ ਕਿਵੇਂ ਉਹ ਲੋਕੀ ਲੈਂਦੇ ਸੀ। ਅਤੇ ਹੋਲ ਜਨਰਲ ਆਈਡੀਆ ਦੇ ਤੋਂ ਇਹੀ ਨਿਕਲਦਾ ਵੀ ਕੀ ਲੋਕਾਂ ਦਾ ਕੀ ਮੰਨਣਾ ਸੀਗਾ ਸਿਨੇਮਾ ਬਾਰੇ, ਮੂਵੀਜ਼ ਬਾਰੇ, ਉਹਦੇ ਬਾਰੇ ਗੱਲ ਕੀਤੀ ਗਈ ਸਾਰੇ ਦੇ ਵਿੱਚ ਸਿਨੇਮਾ ਹੀ ਗੱਲ ਕੀਤੀ ਹੋਈ ਹੈ। ਤਾਂ ਕਰਕੇ ਇਹਦਾ ਆਨਸਰ ਸੀਗਾ ਦ ਪਾਵਰ ਆਫ ਬਿਗ ਸਕਰੀਨ। ਬਿਗ ਸਕਰੀਨ ਨੇ ਕੀ ਕੁਝ ਕੀਤਾ ਉਹਦੇ ਬਾਰੇ ਹੀ ਸਾਰੀ ਗੱਲ ਸੀਗੀ, ਪੂਰੇ ਪੈਰਾਗ੍ਰਾਫ ਦੇ ਵਿੱਚ, ਪੂਰੇ ਪੈਸੇਜ ਦੇ ਵਿੱਚ ਇਹਦੇ ਬਾਰੇ ਹੀ ਗੱਲ ਸੀ। ਇਹ ਸੀਗੀ ਅੱਜ ਦੀ ਵੀਡੀਓ। ਜੇ ਤੁਹਾਨੂੰ ਬਿਲਕੁਲ ਥੋੜ੍ਹੀ ਜਿਹੀ ਵੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਹਨੂੰ ਲਾਈਕ ਜ਼ਰੂਰ ਕਰਿਓ, ਸ਼ੇਅਰ ਕਰ ਦਿਓ ਆਪਣੇ ਫਰੈਂਡਸ ਦੇ ਨਾਲ। ਜੇ ਤੁਹਾਨੂੰ ਮੇਰਾ ਟੀਚਿੰਗ ਦਾ ਵੇ ਵਧੀਆ ਲੱਗਦਾ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਹਾਂਜੀ ਵੀ ਸਾਨੂੰ ਵਧੀਆ ਲੱਗਦਾ, ਜਾਂ ਕੁਝ ਵੀ ਤੁਸੀਂ ਇੰਪਰੂਵਮੈਂਟ ਚਾਹੁੰਦੇ ਆ ਮੇਰੇ ਰਾਈਟਿੰਗ ਸਟਾਈਲ ਦੇ ਵਿੱਚ ਜਾਂ ਫਿਰ ਮੇਰੇ ਟੀਚਿੰਗ ਸਟਾਈਲ ਦੇ ਵਿੱਚ, ਤੁਸੀਂ ਮੈਨੂੰ ਦੱਸ ਸਕਦੇ ਆ। ਥੈਂਕਸ ਫॉर ਗਿਵਿੰਗ ਮੀ ਅ ਪ੍ਰੀਸ਼ੀਅਸ ਟਾਈਮ ਐਂਡ ਹੈਵ ਅ ਨਾਈਸ ਡੇ ਗਾਈਜ਼। ਐਂਡ ਅੱਜ ਤੱਕ ਜੇ ਤੁਸੀਂ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਉਹਨੂੰ ਪਲੀਜ਼ ਸਬਸਕ੍ਰਾਈਬ ਕਰ ਲਓ, ਨਾਲ ਦੀ ਨਾਲ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਮੈਂ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਕਰਾਂ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਵੇ।